सत श्री अकाल जी सारिਆਂ ਨੂੰ। मेरी सहेली एक अमीर घर ਦੀ ਕੁੜੀ ਸੀ। ਉਹ ਮੇਰੇ ਲਈ ਰੋਜ਼ ਆਪਣੇ ਘਰ ਤੋਂ ਫਰੈਸ਼ ਜੂਸ ਲੈ ਕੇ ਆਉਂਦੀ। ਮੈਨੂੰ ਕਹਿੰਦੀ ਸੀ ਤੇਰੀ ਸਿਹਤ ਦੀ ਮੈਨੂੰ ਬਹੁਤ ਚਿੰਤਾ ਹੈ, ਤੂੰ ਇਹ ਜੂਸ ਪੀਆ ਕਰ, ਬਹੁਤ ਹੈਲਦੀ ਹੈ। ਹਾਲਾਂਕਿ ਉਹ ਖੁਦ ਆਪਣੇ ਲਈ ਕੋਲਡ ਡਰਿੰਕ ਲੈ ਕੇ ਆਉਂਦੀ ਸੀ। ਰੋਜ਼ ਕਾਲਜ ਤੋਂ ਬਾਅਦ ਮੈਂ ਉਸਦੇ ਘਰ ਜਾਂਦੀ ਸੀ। ਇੱਕ ਦਿਨ ਅਚਾਨਕ ਉਹ ਆਪਣੇ ਲਈ ਵੀ ਸੇਮ ਉਵੇਂ ਦਾ ਹੀ ਜੂਸ ਲੈ ਆਈ ਤਾਂ ਮੈਂ ਸ਼ਰਾਰਤ ਕਰਦੇ ਹੋਏ ਦੋਨੋਂ ਜੂਸ ਦੀਆਂ ਬੋਤਲਾਂ ਬਦਲ ਦਿੱਤੀਆਂ, ਪਰ ਮੇਰੀ ਸਹੇਲੀ ਉਹ ਜੂਸ ਪੀਂਦੇ ਹੀ। ਦੋਸਤੋ, ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਦੋਸਤ ਬਣਾਉਂਦੇ ਹਾਂ। ਕੁਝ ਦੋਸਤ ਜੋ ਹੁੰਦੇ ਨੇ ਉਹੀ ਨਜ਼ਰ ਆਉਂਦੇ ਨੇ, ਪਰ ਕੁਝ ਦੋਸਤ ਆਸਤੀਨ ਦੇ ਸੱਪ ਹੁੰਦੇ ਨੇ ਜਿਨ੍ਹਾਂ ਦਾ ਸਾਨੂੰ ਸਮਾਂ ਨਿਕਲਣ ਤੋਂ ਬਾਅਦ ਹੀ ਪਤਾ ਚੱਲਦਾ। ਉਦੋਂ ਸਿਵਾਏ ਪਛਤਾਵੇ ਦੇ ਸਾਡੇ ਹੱਥ ਕੁਝ ਨਹੀਂ ਆਉਂਦਾ। ਕੁਝ ਐਵੇਂ ਦੀ ਹੀ ਕਹਾਣੀ ਮੇਰੀ ਵੀ ਹੈ। ਮੇਰਾ ਨਾਮ ਸੁਮਨ ਹੈ। ਅਸੀਂ 4 ਭੈਣ ਭਰਾ ਸੀ। ਮੇਰੇ ਪਾਪਾ ਇੱਕ ਸਕੂਲ ਟੀਚਰ ਸੀ। ਇੱਕ ਦਿਨ ਪਾਪਾ ਨੂੰ ਹਾਰਟ ਅਟੈਕ ਆ ਗਿਆ, ਜਿਸ ਦੀ ਵਜ੍ਹਾ ਨਾਲ ਉਹਨਾਂ ਦੀ ਮੌਤ ਹੋ ਗਈ। ਬਾਪ ਦਾ ਸਾਇਆ ਔਲਾਦ ਦੇ ਲਈ ਇੱਕ ਮਜ਼ਬੂਤ ਦੀਵਾਰ ਦੀ ਤਰ੍ਹਾਂ ਹੁੰਦਾ ਹੈ, ਜੋ ਸਾਨੂੰ ਜ਼ਮਾਨੇ ਦੇ ਹਰ ਦੁੱਖ ਸੁੱਖ ਤੋਂ ਬਚਾਉਂਦਾ ਹੈ, ਕਿਸੇ ਗਰਮ ਹਵਾ ਨੂੰ ਨੇੜੇ ਲੱਗਣ ਦੀ ਨਹੀਂ ਦਿੰਦਾ। ਜਦ ਮੇਰੇ ਪਿਤਾ ਦੀ ਮੌਤ ਹੋਈ ਉਦੋਂ ਮੇਰੀ ਉਮਰ 10 ਸਾਲ ਦੀ ਸੀ। ਮੇਰੇ ਭਾਈ ਮੇਰੇ ਤੋਂ ਛੋਟੇ ਸੀ। ਇੱਕ ਵੱਡੀ ਭੈਣ ਸੀ ਜੋ ਉਸ ਸਮੇਂ 10ਵੀਂ ਕਲਾਸ ਵਿੱਚ ਸੀ। ਮੇਰੀ ਮਾਂ ਸਿਲਾਈ ਕਰਦੀ ਸੀ, ਪਰ ਹੁਣ ਉਹਨਾਂ ਦੇ ਕੰਮ ਵਿੱਚ ਤੇਜ਼ੀ ਹੋਰ ਜ਼ਿਆਦਾ ਆ ਗਈ ਸੀ। ਉਹ ਦਿਨ ਰਾਤ ਬਸ ਸਿਲਾਈ ਮਸ਼ੀਨ ਉੱਤੇ ਬੈਠੀ ਰਹਿੰਦੀ ਤੇ ਸਮੇਂ ਤੋਂ ਪਹਿਲਾਂ ਹੀ ਉਹਨਾਂ ਦੇ ਚਿਹਰੇ ਤੇ ਝੁਰੜੀਆਂ ਪੈਣ ਲੱਗੀਆਂ ਸੀ। ਪਾਪਾ ਦੀ ਪੈਨਸ਼ਨ ਤੇ ਮਾਂ ਦੀ ਸਿਲਾਈ ਦੇ ਨਾਲ ਘਰ ਚੱਲਦਾ ਸੀ। ਸਾਡੀ ਪੜ੍ਹਾਈ ਉੱਤੇ ਮਾਂ ਦਾ ਬਹੁਤ ਧਿਆਨ ਸੀ। ਉਹ ਹਰ ਸਮੇਂ ਚਿੰਤਾ ਵਿੱਚ ਡੁੱਬੀ ਰਹਿੰਦੀ ਸੀ। ਸਾਡਾ ਛੋਟਾ ਜਿਹਾ 2 ਕਮਰਿਆਂ ਦਾ ਘਰ ਸੀ, ਜਿਸ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ। ਜਦੋਂ ਬਾਰਿਸ਼ ਦਾ ਮੌਸਮ ਆਉਂਦਾ ਤਾਂ ਛੱਤ ਤੋਂ ਪਾਣੀ ਟਪਕਣ ਲੱਗ ਜਾਂਦਾ ਸੀ। ਸਾਰੀ ਰਾਤ ਅਸੀਂ ਸੌਂਦੇ ਜਾਗਦੇ ਗੁਜ਼ਾਰ ਦਿੰਦੇ। ਅਸੀਂ ਸਾਰੇ ਭੈਣ ਭਾਈ ਦਿਲ ਲਾ ਕੇ ਪੜ੍ਹਾਈ ਕਰ ਰਹੇ ਸੀ। ਮਾਂ ਸਾਡੇ ਭੈਣ ਭਰਾਵਾਂ ਨੂੰ ਬਿਠਾ ਕੇ ਸਮਝਾਉਂਦੀ ਕਿ ਜ਼ਮਾਨਾ ਬਹੁਤ ਖਰਾਬ ਆ, ਖੁਦ ਨੂੰ ਬਚਾ ਕੇ ਰੱਖਣਾ। ਅੱਜ ਪੜ੍ਹ ਲਿਖ ਜਾਵੋਗੇ ਤਾਂ ਕੱਲ੍ਹ ਨੂੰ ਇਹ ਤੁਹਾਡੇ ਹੀ ਕੰਮ ਆਵੇਗਾ, ਨਹੀਂ ਤਾਂ ਧੱਕੇ ਖਾਂਦੇ ਫਿਰੋਗੇ। ਤੁਹਾਡੇ ਬਾਪ ਦੀ ਜ਼ਮੀਨ ਜੋ ਬਚੀ ਹੈ ਉਸ ਉੱਤੇ ਵੀ ਤੇਰੇ ਤਾਇਆ ਤੇ ਤੇਰੀ ਭੂਆ ਨੇ ਕਬਜ਼ਾ ਕਰ ਰੱਖਿਆ ਹੈ। ਸਾਡੇ ਕੋਲ ਬਸ ਇਹੀ ਛੋਟਾ ਜਿਹਾ ਮਕਾਨ ਹੈ। ਆਪਣੀਆਂ ਇੱਛਾ ਨੂੰ ਲਗਾਮ ਪਾ ਕੇ ਰੱਖਣਾ ਤਾਂ ਜੋ ਕਦੇ ਕਿਸੇ ਦੇ ਅੱਗੇ ਹੱਥ ਨਾ ਫੈਲਾਉਣਾ ਪਵੇ। ਉਦੋਂ ਸਾਨੂੰ ਆਪਣੀ ਮਾਂ ਦੀਆਂ ਸਭ ਗੱਲਾਂ ਸਮਝ ਨਹੀਂ ਆਉਂਦੀਆਂ ਸੀ। ਮਾਂ ਸਾਨੂੰ ਕਹਾਣੀਆਂ ਸੁਣਾਉਂਦੀ, ਜਿਸ ਨੂੰ ਸੁਣ ਕੇ ਅਸੀਂ ਖੂਬ ਹੱਸਦੇ। ਮਾਂ ਹਰ ਮੁਮਕਿਨ ਕੋਸ਼ਿਸ਼ ਕਰਦੀ ਸੀ ਕਿ ਉਹਨਾਂ ਦੇ ਬੱਚੇ ਖੁਸ਼ ਰਹਿਣ, ਆਪਣੇ ਬਾਪ ਦੀ ਕਮੀ ਨੂੰ ਮਹਿਸੂਸ ਨਾ ਕਰਨ, ਪਰ ਕਦੇ ਵੀ ਆਪਣੀ ਮਾਂ ਦੇ ਚਿਹਰੇ ਉੱਤੇ ਮੁਸਕਾਨ ਨਹੀਂ ਦੇਖੀ ਸੀ ਮੈਂ। ਕੋਈ ਵਿਆਹ ਹੁੰਦਾ, ਕੋਈ ਪਾਰਟੀ ਹੁੰਦੀ ਤਾਂ ਮਾਂ ਹਮੇਸ਼ਾ ਸਾਦੇ ਕੱਪੜੇ ਵਿੱਚ ਹੀ ਰਹਿੰਦੀ ਸੀ। ਉਸ ਦੇ ਚਿਹਰੇ ਉੱਤੇ ਇੱਕ ਉਦਾਸੀ ਛਾਈ ਰਹਿੰਦੀ ਸੀ। ਸਾਡੇ ਮਾਮਲੇ ਵਿੱਚ ਵੀ ਬਹੁਤ ਜ਼ਿਆਦਾ ਸਖਤੀ ਹੋ ਚੁੱਕੀ ਸੀ। ਦੀਦੀ ਨੇ ਅੱਗੇ ਪੜ੍ਹਨਾ ਛੱਡ ਦਿੱਤਾ ਸੀ ਤੇ ਮਾਂ ਨੇ ਵੀ ਕਿਹਾ ਨਹੀਂ ਪੜ੍ਹਨਾ ਤਾਂ ਵਿਆਹ ਕਰੋ ਤੇ ਆਪਣਾ ਘਰ ਦੀ ਹੋ ਜਾਓ। ਤੇ ਫਿਰ ਦੀਦੀ ਨੇ ਮਾਂ ਦੀ ਇਹ ਧਮਕੀ ਸੁਣ ਕੇ ਪੜ੍ਹਾਈ ਕਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣੇ ਘਰ ਦੀ ਸਭ ਤੋਂ ਹੋਣਹਾਰ ਕੁੜੀ ਸੀ। ਮੇਰੀ ਮਿਸਾਲ ਸਾਡੇ ਮੁਹੱਲੇ ਵਾਲੇ ਵੀ ਦਿੰਦੇ ਸੀ। ਜਦੋਂ 10ਵੀਂ ਦਾ ਰਿਜ਼ਲਟ ਆਇਆ ਤਾਂ ਉਸ ਨੂੰ ਦੇਖ ਕੇ ਮੇਰੀ ਮਾਂ ਬਹੁਤ ਖੁਸ਼ ਹੋਈ, ਕਿਉਂਕਿ ਮੈਂ ਬਹੁਤ ਹੀ ਚੰਗੇ ਨੰਬਰਾਂ ਨਾਲ ਪਾਸ ਹੋਈ ਸੀ। ਹੁਣ ਮੈਂ ਤੇ ਦੀਦੀ ਮਿਲ ਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣ ਲੱਗੀਆਂ। ਛੋਟੇ ਭਰਾਵਾਂ ਨੂੰ ਵੀ ਪੜ੍ਹਾਉਂਦੀਆਂ ਸੀ। ਮਾਂ ਦਾ ਬੋਝ ਕਾਫੀ ਹੱਦ ਤੱਕ ਘਟ ਗਿਆ ਸੀ। ਮਾਂ ਨੇ ਇੱਕ ਚੰਗੇ ਕਾਲਜ ਵਿੱਚ ਮੇਰਾ ਐਡਮਿਸ਼ਨ ਕਰਵਾ ਦਿੱਤਾ। ਮੈਂ ਬਹੁਤ ਚੁੱਪਚਾਪ ਰਹਿਣ ਵਾਲੀ ਕੁੜੀ ਸੀ। ਕਿਸੇ ਨਾਲ ਜਾਂਦੇ ਹੀ ਦੋਸਤੀ ਕਰਨਾ ਮੇਰੀ ਆਦਤ ਵਿੱਚ ਸ਼ਾਮਲ ਨਹੀਂ ਸੀ। ਮੈਂ ਸਾਇੰਸ ਦੇ ਵਿਸ਼ੇ ਨਾਲ ਪੜ੍ਹਾਈ ਕਰ ਰਹੀ ਸੀ। ਮੈਂ ਆਪਣੀ ਕਲਾਸ ਦੀ ਸਭ ਤੋਂ ਹੋਣਹਾਰ ਸਟੂਡੈਂਟ ਸੀ। ਜਦੋਂ ਮੈਂ ਦੋਸਤੀ ਸਿਮਰਨ ਨਾਲ ਹੋਈ, ਉਹ ਬਹੁਤ ਹੀ ਅਮੀਰ ਘਰਾਣੇ ਦੀ ਕੁੜੀ ਸੀ। ਉਸ ਦਾ ਰਹਿਣ ਸਹਿਣ ਸਾਡੇ ਸਾਰੇ ਲੋਕਾਂ ਤੋਂ ਬਹੁਤ ਅਲੱਗ ਸੀ। ਉਸ ਨੂੰ ਪੜ੍ਹਾਈ ਵਿੱਚ ਮਦਦ ਚਾਹੀਦੀ ਹੁੰਦੀ ਸੀ ਤਾਂ ਕਦੇ ਕੋਈ ਕੰਮ ਹੁੰਦਾ ਸੀ, ਮੈਂ ਉਸ ਦੀ ਮਦਦ ਕਰ ਦਿੰਦੀ ਸੀ, ਜਿਸ ਨਾਲ ਕਿ ਹੌਲੀ ਹੌਲੀ ਸਾਡੀ ਦੋਸਤੀ ਹੁੰਦੀ ਗਈ। ਉਹ ਮੇਰੇ ਲਈ ਆਏ ਦਿਨ ਕੁਝ ਨਾ ਕੁਝ ਲੈ ਕੇ ਆਉਂਦੀ ਸੀ, ਜਿਸ ਨੂੰ ਮੈਂ ਲੈਣ ਤੋਂ ਮਨਾ ਕਰ ਦਿੰਦੀ ਸੀ ਤੇ ਮੈਂ ਉਸ ਨੂੰ ਦੱਸਦੀ ਸੀ ਕਿ ਮੇਰੀ ਮੰਮੀ ਬਹੁਤ ਹੀ ਸਖਤ ਆ। ਉਹ ਮੇਰੀ ਉਮਰ ਦਾ ਵੀ ਲਿਹਾਜ਼ ਨਹੀਂ ਕਰੇਗੀ ਤੇ ਮੈਨੂੰ ਬਿਨਾਂ ਮਾਰੇ ਵੀ ਨਹੀਂ ਛੱਡੇਗੀ। ਉਸ ਨੇ ਕਿਹਾ, ਪਾਗਲ, ਹੁਣ ਹਰ ਗੱਲ ਮਾਂ-ਬਾਪ ਨੂੰ ਥੋੜ੍ਹੀ ਦੱਸੀ ਜਾਂਦੀ ਆ। ਇੰਨੇ ਪਿਆਰ ਨਾਲ ਮੈਂ ਤੇਰੇ ਲਈ ਡਰੈਸ ਲੈ ਕੇ ਆਈ ਸੀ, ਇਵੇਂ ਕਰ ਛੁਪਾ ਕੇ ਰੱਖ ਲਾ। ਕਦੇ ਕਹਿ ਦੇਣਾ ਕਿ ਮੈਂ ਆਪਣੀ ਪਾਕਟ ਮਨੀ ਨਾਲ ਖਰੀਦੀ ਹੈ। ਬਹੁਤ ਮਨਾ ਕਰਨ ਦੇ ਬਾਵਜੂਦ ਵੀ ਉਹ ਡਰੈਸ ਨੂੰ ਮੇਰੇ ਬੈਗ ਵਿੱਚ ਪਾ ਗਈ। ਮੈਂ ਜਦੋਂ ਘਰ ਪਹੁੰਚੀ ਤਾਂ ਪਤਾ ਨਹੀਂ ਕਿਉਂ ਮੇਰਾ ਸਿਰ ਝੁਕਿਆ ਹੋਇਆ ਸੀ। ਮਾਂ ਸਾਹਮਣੇ ਮੰਜੇ ਉੱਤੇ ਬੈਠੀ ਬਟਨ ਲਗਾ ਰਹੀ ਸੀ। ਮੈਨੂੰ ਦੇਖਦਿਆਂ ਹੀ ਉਹ ਅੱਗੇ ਵਧੀ, ਮੇਰਾ ਬੈਗ ਫੜ ਲਿਆ।
ਉਦੋਂ ਮੇਰਾ ਦਿਲ ਧੜਕ ਰਿਹਾ ਸੀ ਕਿ ਮੇਰੀ ਮਾਂ ਉਹ ਮੇਰੀ ਡਰੈਸ ਦੇਖ ਨਾ ਲਵੇ, ਪਰ ਮੰਮੀ ਨੇ ਕਮਰੇ ਵਿੱਚ ਜਾ ਕੇ ਬੈਗ ਰੱਖ ਦਿੱਤਾ ਤੇ ਮੇਰੇ ਲਈ ਖਾਣਾ ਲੈ ਆਈ। ਮੰਮੀ ਨੇ ਅੱਜ ਮੇਰੀ ਪਸੰਦ ਦਾ ਖਾਣਾ ਬਣਾਇਆ ਸੀ, ਪਰ ਆਪਣੀ ਮਾਂ ਦੇ ਸਾਹਮਣੇ ਪਹਿਲੀ ਵਾਰ ਮੈਂ ਚੰਗੀ ਤਰ੍ਹਾਂ ਖਾਣਾ ਨਹੀਂ ਖਾ ਪਾ ਰਹੀ ਸੀ, ਕਿਉਂਕਿ ਮੈਂ ਖੁਦ ਨੂੰ ਚੋਰ ਮਹਿਸੂਸ ਕਰ ਰਹੀ ਸੀ। ਮੰਮੀ ਮੇਰੇ ਚਿਹਰੇ ਨੂੰ ਦੇਖਦੀ ਰਹੀ ਤੇ ਫਿਰ ਬੋਲੀ, ਸੁਮਨ, ਤੂੰ ਜਾਣਦੀ ਆ, ਜਦੋਂ ਤੂੰ ਛੋਟੀ ਸੀ ਤਾਂ ਆਪਣੀ ਭੈਣ ਜਾਂ ਭਰਾ ਦੀ ਕੋਈ ਚੀਜ਼ ਲੁਕੋ ਲੈਂਦੀ ਸੀ। ਉਦੋਂ ਤੂੰ ਮੇਰੇ ਨਾਲ ਨਜ਼ਰਾਂ ਨਹੀਂ ਮਿਲਾ ਪਾਉਂਦੀ ਸੀ ਤੇ ਮੈਂ ਜਾਣ ਜਾਂਦੀ ਸੀ ਕਿ ਤੂੰ ਚੋਰ ਆ। ਤੇ ਮੈਂ ਆਪਣੀ ਮਾਂ ਦਾ ਹੱਥ ਫੜ ਕੇ ਬੋਲੀ, ਤੁਸੀਂ ਮੈਨੂੰ ਕੁਝ ਕਹੋਗੇ ਤਾਂ ਨਹੀਂ? ਮੰਮੀ ਨੇ ਕਿਹਾ, ਪਹਿਲਾਂ ਕਦੇ ਬਚਪਨ ਵਿੱਚ ਕੁਝ ਕਿਹਾ ਜੋ ਹੁਣ ਕਹਾਂਗੀ। ਮੰਮੀ ਦੀ ਗੱਲ ਸੁਣ ਕੇ ਮੈਂ ਉਹਨਾਂ ਨੂੰ ਯਾਦ ਕਰਵਾਇਆ, ਤੁਸੀਂ ਮੈਨੂੰ ਬਹੁਤ ਮਾਰਦੇ ਸੀ। ਮੇਰੀ ਗੱਲ ਸੁਣ ਕੇ ਮੰਮੀ ਹੱਸਣ ਲੱਗ ਪਈ। ਮੰਮੀ ਬਹੁਤ ਹੀ ਲੰਮੇ ਸਮੇਂ ਤੋਂ ਬਾਅਦ ਅੱਜ ਹੱਸੀ ਸੀ। ਮੈਂ ਮੰਮੀ ਨੂੰ ਕਿਹਾ, ਮੰਮੀ, ਮੇਰੀ ਸਹੇਲੀ ਆ, ਉਸਨੇ ਇੱਕ ਗਿਫਟ ਦਿੱਤਾ ਤੇ ਉਹ ਡਰੈਸ ਮੈਂ ਆਪਣੀ ਮਾਂ ਦੇ ਅੱਗੇ ਰੱਖ ਦਿੱਤੀ। ਮੰਮੀ ਨੇ ਉਸ ਨੂੰ ਦੇਖਿਆ ਤੇ ਕਹਿਣ ਲੱਗੀ, ਰੱਖ ਲਾ, ਸਹੇਲੀਆਂ ਗਿਫਟ ਦੇਣ ਤਾਂ ਇਨਕਾਰ ਨਹੀਂ ਕਰਦੇ, ਪਰ ਕੋਸ਼ਿਸ਼ ਕਰਨਾ ਅੱਗੇ ਤੋਂ ਉਸ ਤੋਂ ਕੁਝ ਨਾ ਲੈਣਾ। ਸਾਡੇ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਅੰਤਰ ਆ। ਵੈਸੇ ਵੀ ਮੈਂ ਚਾਹੁੰਦੀ ਹਾਂ ਕਿ ਮੇਰੀ ਬੇਟੀ ਇਹ ਸਭ ਕੁਝ ਛੱਡ ਕੇ ਆਪਣੀ ਪੜ੍ਹਾਈ ਉੱਤੇ ਧਿਆਨ ਦੇਵੇ ਤੇ ਇੱਕ ਚੰਗੀ ਕਾਬਲ ਡਾਕਟਰ ਬਣੇ। ਜਦੋਂ ਮੈਂ ਬਿਲਕੁਲ ਬੁੱਢੀ ਹੋ ਜਾਵਾਂਗੀ ਤਾਂ ਮੇਰੀ ਬੇਟੀ ਮੇਰਾ ਇਲਾਜ ਕਰੇਗੀ ਤੇ ਮੈਂ ਗਰਵ ਨਾਲ ਸਭ ਨੂੰ ਕਹਿ ਸਕਾਂਗੀ ਕਿ ਇਹ ਮੇਰੀ ਬੇਟੀ ਆ। ਮੰਮੀ ਦੀਆਂ ਗੱਲਾਂ ਮੈਨੂੰ એનર્ਜੀ ਦੇ ਦਿੰਦੀਆਂ ਸੀ, ਜਿਸ ਨਾਲ ਮੇਰੀ ਪੜ੍ਹਾਈ ਦੀ ਸਪੀਡ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦੀ ਸੀ। ਮੈਂ ਅੱਧੀ ਰਾਤ ਤੱਕ ਪੜ੍ਹਦੀ, ਸਭ ਤੋਂ ਪਹਿਲਾਂ ਉੱਠਦੀ। ਮੈਂ ਆਪਣਾ ਆਪ ਵੀ ਭੁੱਲ ਚੁੱਕੀ ਸੀ। ਉਹ ਡਰੈਸ ਮੈਂ ਵੈਸੇ ਦੀ ਵੈਸੇ ਰੱਖ ਲਈ ਸੀ। ਮੇਰਾ ਮਕਸਦ ਸਿਰਫ ਤੇ ਸਿਰਫ ਪੜ੍ਹਨਾ ਸੀ। ਉਹ ਡਰੈਸ ਕਈ ਸਾਲਾਂ ਤੱਕ ਐਵੇਂ ਹੀ ਪਈ ਰਹੀ। ਜਦੋਂ ਦੀਦੀ ਦਾ ਵਿਆਹ ਹੋਇਆ ਤਾਂ ਉਸ ਦਿਨ ਪਹਿਨੀ ਸੀ। ਨਾ ਚਾਹੁੰਦੇ ਹੋਏ ਵੀ ਮੈਂ ਸਿਮਰਨ ਨਾਲ ਦੋਸਤੀ ਖਤਮ ਨਹੀਂ ਕਰ ਪਾ ਰਹੀ ਸੀ। ਉਸ ਦੇ ਬੋਲਣ ਦੇ ਅੰਦਾਜ਼ ਵਿੱਚ ਬਹੁਤ ਹੀ ਮਿਠਾਸ ਸੀ ਜੋ ਇਨਸਾਨ ਨੂੰ ਆਪਣਾ ਗੁਲਾਮ ਬਣਾ ਦੇਵੇ। ਜਦੋਂ ਦੀਦੀ ਦਾ ਵਿਆਹ ਹੋਇਆ ਤਾਂ ਉਹ ਵੀ ਆਈ ਸੀ, ਪਰ ਬਹੁਤ ਹੀ ਜਲਦੀ ਚਲੀ ਗਈ ਸੀ। ਉਸ ਨੂੰ ਇੰਨੇ ਛੋਟੇ ਘਰ ਵਿੱਚ ਉਲਝਣ ਹੁੰਦੀ ਸੀ, ਦਮ ਘੁੱਟ ਰਿਹਾ ਸੀ। ਉਹ ਤਾਂ ਸ਼ੁਕਰ ਸੀ ਮੰਮੀ ਨੇ ਇਹ ਗੱਲਾਂ ਨਹੀਂ ਸੁਣੀਆਂ ਸੀ। ਸਾਡੇ ਘਰ ਦਾ ਪਹਿਲਾ ਵਿਆਹ ਸੀ। ਸਾਡੇ ਵਿੱਚ ਜਿੰਨੀ ਪਹੁੰਚ ਸੀ ਅਸੀਂ ਉਸ ਤੋਂ ਵੱਧ ਕੇ ਦਹੇਜ ਦਿੱਤਾ ਸੀ, ਪਰ ਦੀਦੀ ਦੀ ਸੱਸ ਨੇ ਕਿਹਾ ਸੀ ਕਿ ਇਹ ਬਹੁਤ ਜ਼ਿਆਦਾ। ਇਹ ਸਭ ਕੁਝ ਦੇਣ ਦੀ ਕੀ ਜ਼ਰੂਰਤ ਸੀ? ਮੇਰੀ ਭੈਣ ਦੀ ਸੱਸ ਮੇਰੀ ਮਾਂ ਦੀ ਸਭ ਤੋਂ ਚੰਗੀ ਸਹੇਲੀ ਸੀ। ਉਹ ਬਹੁਤ ਹੀ ਚੰਗੀ ਔਰਤ ਸੀ। ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਸੀ। ਮੇਰੀ ਭੈਣ ਦੇ ਵਿਆਹ ਵਿੱਚ ਭੂਆ ਨਹੀਂ ਆਈ ਸੀ, ਕਿਉਂਕਿ ਉਹ ਚਾਹੁੰਦੀ ਸੀ ਕਿ ਮੇਰੀ ਭੈਣ ਦਾ ਵਿਆਹ ਉਹਨਾਂ ਦੇ ਜੇਠ ਦੇ ਮੁੰਡੇ ਨਾਲ ਹੋ ਜਾਵੇ। ਭੂਆ ਦੇ ਜੇਠ ਦਾ ਮੁੰਡਾ ਨਸ਼ਈ ਸੀ, ਇਸ ਲਈ ਮੰਮੀ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਸਾਡੀ ਭੂਆ ਸਾਡੇ ਘਰ ਰੋਜ਼ ਕੁਝ ਨਾ ਕੁਝ ਮਿਠਾਈ ਬਣਾ ਕੇ ਭੇਜਦੀ ਸੀ, ਰੋਜ਼ ਕੁਝ ਨਾ ਕੁਝ ਸਾਨੂੰ ਗਿਫਟ ਦਿੰਦੀ ਸੀ, ਪਰ ਮੰਮੀ ਉਹ ਸਾਰਾ ਸਮਾਨ ਚੁੱਕ ਕੇ ਸੁੱਟ ਦਿੰਦੀ। ਮੰਮੀ ਕਹਿੰਦੀ ਕਿ ਮੈਨੂੰ ਇਸ ਔਰਤ ਉੱਤੇ ਬਿਲਕੁਲ ਵੀ ਵਿਸ਼ਵਾਸ ਨਹੀਂ। ਇੱਕ ਦਿਨ ਮੇਰੀ ਭੂਆ ਦੀ ਕੁੜੀ ਸਾਡੇ ਘਰ ਆਈ, ਕਹਿਣ ਲੱਗੀ, ਸੁਮਨ, ਜੋ ਸੂਟ ਅਨੀਤਾ ਦੀਦੀ ਦੇ ਵਿਆਹ ਵਿੱਚ ਪਾਇਆ ਸੀ ਮੈਨੂੰ ਉਹ ਸੂਟ ਚਾਹੀਦਾ। ਮੈਂ ਉਸ ਨੂੰ ਕਾਲਜ ਦੇ ਇੱਕ ਫੰਕਸ਼ਨ ਵਿੱਚ ਪਹਿਨਣਾ ਚਾਹੁੰਦੀ ਹਾਂ। ਮੈਂ ਵੀ ਚੁੱਕ ਕੇ ਦੇ ਦਿੱਤਾ ਤੇ 5 ਦਿਨ ਬਾਅਦ ਉਹ ਦੇਣ ਆਈ ਤਾਂ ਮੰਮੀ ਨੇ ਉਹ ਸੂਟ ਚੁੱਕ ਕੇ ਇੱਕ ਗਰੀਬ ਕੁੜੀ ਨੂੰ ਦੇ ਦਿੱਤਾ। ਮੈਨੂੰ ਮੰਮੀ ਦੀ ਗੱਲ ਸਮਝ ਨਹੀਂ ਆਉਂਦੀ ਸੀ ਕਿ ਉਹ ਐਵੇਂ ਕਿਉਂ ਕਰਦੀ ਆ। ਕਦੇ ਪੁੱਛਦੀ ਤਾਂ ਮੰਮੀ ਕਹਿੰਦੀ ਕਿ ਮੈਂ ਤੇਰੀ ਮਾਂ ਹਾਂ, ਤੂੰ ਮੇਰੀ ਮਾਂ ਨਾ ਬਣ। ਤੇਰੀ ਭੂਆ ਬਹੁਤ ਹੀ ਮਤਲਬੀ ਔਰਤ ਆ, ਜਾਦੂ ਟੂਣਿਆਂ ਵਿੱਚ ਬਹੁਤ ਵਿਸ਼ਵਾਸ ਕਰਨ ਵਾਲੀ ਔਰਤ ਆ। ਸਾਰਾ ਖਾਨਦਾਨ ਉਸ ਦੀਆਂ ਕਰਤੂਤਾਂ ਤੋਂ ਜਾਣਕਾਰ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰੇ ਕਿਸੇ ਵੀ ਬੱਚੇ ਉੱਤੇ ਉਸ ਔਰਤ ਦਾ ਸਾਇਆ ਵੀ ਪਵੇ। ਸਾਡੇ ਘਰ ਦੇ ਨਾਲ ਇੱਕ ਘਰ ਸੀ ਜਿਸ ਵਿੱਚ ਸੁਰੇਸ਼ ਅੰਕਲ ਰਹਿੰਦੇ ਸੀ ਤੇ ਉਹਨਾਂ ਦੀਆਂ 2 ਪਤਨੀਆਂ ਸੀ। ਦੋਨੋਂ ਹੀ ਆਪਸ ਵਿੱਚ ਬਹੁਤ ਝਗੜਦੀਆਂ ਰਹਿੰਦੀਆਂ ਸੀ। ਜਦੋਂ ਵੀ ਉਹ ਝਗੜਾ ਕਰਦੀਆਂ ਤਾਂ ਮੈਨੂੰ ਬੜਾ ਮਜ਼ਾ ਆਉਂਦਾ, ਕਿਉਂਕਿ ਉਹਨਾਂ ਦੀ ਲੜਾਈ ਹੀ ਕੁਝ ਅਜਿਹੀ ਹੁੰਦੀ ਸੀ। ਮੈਨੂੰ ਤਾਂ ਫ੍ਰੀ ਵਿੱਚ ਸ਼ੋਅ ਦੇਖਣ ਨੂੰ ਮਿਲ ਜਾਂਦਾ ਸੀ। ਟੀਵੀ ਅਸੀਂ ਬਹੁਤ ਘੱਟ ਦੇਖਦੇ ਸੀ ਤੇ ਜਦੋਂ ਤੋਂ ਕਾਲਜ ਜਾਣਾ ਸ਼ੁਰੂ ਕੀਤਾ ਸੀ ਉਹ ਵੀ ਛੁੱਟ ਗਿਆ ਸੀ। ਪਰ ਜਦੋਂ ਉਹਨਾਂ ਲੋਕਾਂ ਦੇ ਘਰ ਲੜਾਈ ਹੁੰਦੀ ਸੀ ਤਾਂ ਜ਼ਰੂਰ ਦੇਖਣ ਪਹੁੰਚ ਜਾਂਦੀ ਸੀ। ਮੰਮੀ ਨੇ ਛੱਤ ਦੀ ਦੀਵਾਰ ਥੋੜੀ ਉੱਚੀ ਕਰਵਾ ਰੱਖੀ ਸੀ, ਪਰ ਬਾਕੀ ਘਰ ਦਾ ਉਹੀ ਹਾਲ ਸੀ। ਮੈਂ ਛੱਤ ਤੋਂ ਹੁੰਦੀ ਹੋਈ ਘਰ ਦੇ ਪਿਛਲੇ ਸਾਈਡ ਉੱਥੇ ਚਲੀ ਗਈ ਤੇ ਇੱਧਰ ਉੱਧਰ ਦੇਖਣ ਲੱਗੀ। ਸ਼ਾਮ ਦੇ ਇਹ ਸਮਾਂ ਤੇ ਡੁੱਬਦਾ ਸੂਰਜ ਮੇਰਾ ਸਭ ਤੋਂ ਪਸੰਦੀਦਾ ਹੁੰਦਾ ਸੀ। ਮੈਨੂੰ ਨੇਚਰ ਨਾਲ ਬਹੁਤ ਪਿਆਰ ਸੀ ਤੇ ਫਿਰ ਉਦੋਂ ਹੀ ਮੇਰੀ ਨਜ਼ਰ ਸਾਹਮਣੇ ਵਾਲੇ ਘਰ ਦੀ ਛੱਤ ਉੱਤੇ ਪਈ। ਉੱਥੇ ਇੱਕ ਮੁੰਡਾ ਨਾ ਜਾਣੇ ਕਦੋਂ ਤੋਂ ਖੜਾ ਮੈਨੂੰ ਦੇਖ ਰਿਹਾ ਸੀ। ਜਦੋਂ ਮੈਂ ਉਸ ਨੂੰ ਆਪਣੀ ਤਰਫ ਦੇਖਦੇ ਹੋਏ ਪਾਇਆ ਤਾਂ ਮੈਂ ਉਸ ਨੂੰ ਨਜ਼ਰ ਅੰਦਾਜ਼ ਕੀਤਾ ਤੇ ਜਲਦੀ ਨਾਲ ਨੀਚੇ ਉਤਰ ਆਈ।
ਹੁਣ ਜਦੋਂ ਵੀ ਕਦੇ ਛੱਤ ਤੇ ਜਾਣ ਦਾ ਮਨ ਹੁੰਦਾ ਤਾਂ ਉਹੀ ਮੁੰਡਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਜਾਂਦਾ ਤੇ ਮੈਂ ਛੱਤ ਉੱਤੇ ਜਾਣ ਦਾ ਇਰਾਦਾ ਛੱਡ ਦਿੰਦੀ। ਪਰ ਕੁਝ ਹੀ ਦਿਨਾਂ ਤੋਂ ਕਾਲਜ ਜਾਂਦੇ ਹੋਏ ਰੋਜ਼ ਕੋਈ ਮੇਰਾ ਪਿੱਛਾ ਕਰਦਾ ਸੀ। ਐਵੇਂ ਮੈਨੂੰ ਮਹਿਸੂਸ ਹੋ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਹੋ ਗਈ ਸੀ। ਮੰਮੀ ਨੂੰ ਦੱਸਣਾ ਚਾਹੁੰਦੀ ਸੀ ਪਰ ਦੱਸ ਨਹੀਂ ਪਾ ਰਹੀ ਸੀ ਕਿਉਂਕਿ ਫਿਰ ਉਹ ਵੀ ਪਰੇਸ਼ਾਨ ਹੋ ਜਾਂਦੀ। ਤੇ ਫਿਰ ਕਾਲਜ ਤੋਂ ਛੁੱਟੀ ਦੇ ਸਮੇਂ ਇੱਕ ਮੁੰਡਾ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ। ਉਸ ਸਮੇਂ ਮੇਰੀ ਸਹੇਲੀ ਸਿਮਰਨ ਵੀ ਮੇਰੇ ਨਾਲ ਸੀ। ਉਸ ਮੁੰਡੇ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ। 2 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲਵਾਂਗਾ। ਮੈਂ ਡਰ ਚੁੱਕੀ ਸੀ। ਮੇਰੇ ਮੱਥੇ ਤੇ ਪਸੀਨਾ ਆ ਰਿਹਾ ਸੀ। ਮੈਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਕੋਈ ਮੈਨੂੰ ਇਸ ਮੁੰਡੇ ਨਾਲ ਗੱਲ ਕਰਦੇ ਨਾ ਦੇਖ ਲਵੇ। ਸਿਮਰਨ ਨੇ ਕਿਹਾ, ਇਸ ਵਿੱਚ ਡਰਨ ਵਾਲੀ ਕੀ ਗੱਲ ਆ? ਬੋਲੋ, ਤੁਸੀਂ ਕੌਣ ਹੋ ਤੇ ਕੀ ਕਰਨਾ ਚਾਹੁੰਦੇ ਹੋ? ਇਸ ਮੁੰਡੇ ਨੇ ਕਿਹਾ, ਮੇਰਾ ਨਾਮ ਅਮਿਤ ਹੈ। ਮੈਂ ਸੁਮਨ ਨੂੰ ਮੁਹੱਬਤ ਕਰਦਾ ਹਾਂ ਤੇ ਆਪਣਾ ਰਿਸ਼ਤਾ ਉਸ ਦੇ ਘਰ ਭੇਜਣਾ ਚਾਹੁੰਦਾ ਹਾਂ। ਮੇਰੀ ਸਹੇਲੀ ਇਹ ਸੁਣ ਕੇ ਖਿਲ-ਖਿਲ ਕੇ ਹੱਸ ਪਈ ਤੇ ਮੈਨੂੰ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੀ ਸੀ। ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਆਉਂਦੇ ਜਾਂਦੇ ਲੋਕ ਹੁਣ ਸਾਨੂੰ ਦੇਖ ਰਹੇ ਸੀ। ਅਮਿਤ ਨੇ ਜਲਦੀ ਨਾਲ ਆਪਣਾ ਮੋਬਾਈਲ ਨੰਬਰ ਮੈਨੂੰ ਦੇ ਦਿੱਤਾ ਤੇ ਬੋਲਿਆ, ਮੈਂ ਤੁਹਾਡੇ ਫੋਨ ਦਾ ਇੰਤਜ਼ਾਰ ਕਰਾਂਗਾ। ਪਰ ਮੈਂ ਉਸ ਦੇ ਸਾਹਮਣੇ ਨੰਬਰ ਫਾੜ ਕੇ ਸੁੱਟ ਦਿੱਤਾ। ਮੈਂ ਆਪਣੇ ਮਕਸਦ ਤੋਂ ਭਟਕ ਨਹੀਂ ਸਕਦੀ ਸੀ। ਮੈਨੂੰ ਜ਼ਿੰਦਗੀ ਦਾ ਮਕਸਦ ਇਹ ਸਭ ਕੁਝ ਨਹੀਂ ਸੀ। ਮੈਂ ਤਾਂ ਕੁਝ ਬਣਨਾ ਚਾਹੁੰਦੀ ਸੀ ਤੇ ਫਿਰ ਮੈਂ ਇੱਕ ਬਹੁਤ ਹੀ ਸ਼ਰੀਫ ਖਾਨਦਾਨ ਤੋਂ ਸੀ ਤੇ ਇਹ ਚੰਗੀਆਂ ਬੇਟੀਆਂ ਨੂੰ ਸ਼ੋਭਾ ਨਹੀਂ ਦਿੰਦਾ ਕਿ ਆਪਣੀ ਇੱਜ਼ਤ ਨੂੰ ਐਵੇਂ ਲੋਕਾਂ ਦੇ ਹਵਾਲੇ ਕਰ ਦੇਣ ਜਿਨ੍ਹਾਂ ਨਾਲ ਉਹਨਾਂ ਦਾ ਕੋਈ ਰਿਸ਼ਤਾ ਹੀ ਨਾ ਹੋਵੇ। ਅਮਿਤ ਉਦਾਸ ਹੋ ਗਿਆ ਸੀ ਮੇਰੇ ਨੰਬਰ ਉੱਤੇ ਤੇ ਫਿਰ ਹੌਲੀ-ਹੌਲੀ ਕਦਮ ਉਠਾਉਂਦਾ ਚਲਾ ਗਿਆ। ਹੁਣ ਮੈਂ ਪਰੇਸ਼ਾਨ ਹੋਣ ਲੱਗੀ ਸੀ। ਮੇਰੀ ਪੜ੍ਹਾਈ ਵੀ ਡਿਸਟਰਬ ਹੋ ਚੁੱਕੀ ਸੀ। ਮੈਂ ਇਹਨਾਂ ਰਸਤਿਆਂ ਉੱਤੇ ਚੱਲਣਾ ਨਹੀਂ ਚਾਹੁੰਦੀ ਸੀ ਪਰ ਫਿਰ ਵੀ ਬਾਰ-ਬਾਰ ਅਮਿਤ ਦੇ ਬਾਰੇ ਵਿੱਚ ਸੋਚਣ ਲੱਗੀ ਸੀ। ਪਰ ਜਦੋਂ ਮੈਂ ਆਪਣੀ ਮਾਂ ਦਾ ਚਿਹਰਾ ਦੇਖਦੀ ਤਾਂ ਹਰ ਖਿਆਲ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿੰਦੀ ਸੀ। ਕੁਝ ਦਿਨ ਬੀਤ ਗਏ। ਅਮਿਤ ਫਿਰ ਇੱਕ ਦਿਨ ਮੇਰੇ ਰਸਤੇ ਵਿੱਚ ਆਇਆ। ਉਸਨੇ ਕਿਹਾ ਕਿ ਬੈਠ ਕੇ ਗੱਲ ਕਰ ਲੈਂਦੇ ਹਾਂ ਪਰ ਮੈਂ ਸਾਫ਼ ਮਨਾ ਕਰ ਦਿੱਤਾ, ਬਲਕਿ ਇੱਕ ਥੱਪੜ ਵੀ ਉਸਦੇ ਮੂੰਹ ਉੱਪਰ ਮਾਰ ਦਿੱਤਾ। ਮੇਰੀ ਸਹੇਲੀ ਮੇਰੀ ਤਰਫਦਾਰੀ ਕਰਨ ਦੀ ਬਜਾਏ ਉਸ ਮੁੰਡੇ ਦੀ ਸਾਈਡ ਲੈਣ ਲੱਗੀ। ਮੈਨੂੰ ਬਹੁਤ ਬੁਰਾ ਲੱਗਿਆ। ਮੈਂ ਹੁਣ ਉਸ ਤੋਂ ਵੀ ਦੂਰ ਰਹਿਣ ਲੱਗੀ ਸੀ। ਮੇਰੀ ਮੰਮੀ ਸਮਝਾਉਂਦੀ ਸੀ ਕਿ ਤੂੰ ਆਪਣੀ ਸਹੇਲੀ ਤੋਂ ਦੂਰ ਰਿਹਾ ਕਰ। ਪਤਾ ਨਹੀਂ ਕਿਉਂ ਮੈਨੂੰ ਉਹ ਕੁੜੀ ਚੰਗੀ ਨਹੀਂ ਲੱਗਦੀ। ਉਸ ਸਮੇਂ ਤਾਂ ਮੈਂ ਆਪਣੀ ਮਾਂ ਨਾਲ ਬਹਿਸ ਕਰਨ ਲੱਗ ਜਾਂਦੀ ਸੀ ਕਿ ਮੇਰੀ ਇੱਕ ਹੀ ਤਾਂ ਸਹੇਲੀ ਆ, ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਬਿਲਕੁਲ ਹੀ ਇਕੱਲੀ ਹੋ ਜਾਵਾਂ? ਤੇ ਫਿਰ ਸਿਮਰਨ ਨੇ ਮੇਰੇ ਤੋਂ ਮਾफ़ੀ ਮੰਗੀ ਤੇ ਕਿਹਾ ਕਿ ਤੈਨੂੰ ਇਸ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ। ਤੂੰ ਦੇਖਿਆ ਨਹੀਂ ਉਹ ਤੇਰੇ ਨਾਲ ਕਿੰਨੀ ਮੁਹੱਬਤ ਕਰਦਾ। ਮੈਂ ਸਿਮਰਨ ਨੂੰ ਮਾफ़ ਕਰ ਦਿੱਤਾ ਤੇ ਫਿਰ ਤੋਂ ਮੇਰੀ ਉਸ ਦੀ ਬੋਲਚਾਲ ਹੋਣ ਲੱਗੀ ਸੀ। ਅੱਜ ਕੱਲ੍ਹ ਸਿਮਰਨ ਦੀ ਜ਼ੁਬਾਨ ਉੱਤੇ ਬਸ ਅਮਿਤ ਦਾ ਹੀ ਨਾਮ ਹੁੰਦਾ ਸੀ। ਅਮਿਤ ਨੇ ਪਤਾ ਨਹੀਂ ਕਿਵੇਂ ਮੇਰੇ ਭਾਈ ਨਾਲ ਵੀ ਦੋਸਤੀ ਕਰ ਲਈ ਸੀ ਤੇ ਉਹ ਸਾਡੇ ਘਰ ਆਉਣ ਜਾਣ ਲੱਗਾ ਸੀ। ਫਿਰ ਦੇਖਦੇ ਹੀ ਦੇਖਦੇ ਮੰਮੀ ਵੀ ਉਸ ਦੀਆਂ ਤਾਰੀਫਾਂ ਕਰਨ ਲੱਗੀ। ਅਮਿਤ ਇੱਕ ਬਹੁਤ ਹੀ ਅਮੀਰ ਘਰ ਦਾ ਮੁੰਡਾ ਸੀ ਪਰ ਉਸਨੇ ਕਦੇ ਵੀ ਆਪਣੇ ਪੈਸੇ ਦਾ ਰੋਹਬ ਨਹੀਂ ਦਿਖਾਇਆ ਸੀ, ਬਲਕਿ ਸ਼ੁਰੂ ਵਿੱਚ ਤਾਂ ਸਾਨੂੰ ਪਤਾ ਹੀ ਨਹੀਂ ਸੀ ਕਿ ਉਹ ਇੰਨੇ ਪੈਸੇ ਵਾਲਾ ਹੈ। ਉਹ ਤਾਂ ਸਾਨੂੰ ਬਹੁਤ ਬਾਅਦ ਵਿੱਚ ਪਤਾ ਚੱਲਿਆ। ਮੇਰੇ ਛੋਟੇ ਭਾਈ ਨੇ BSc ਕੀਤੀ ਸੀ ਤੇ ਜੌਬ ਲੱਭ ਰਿਹਾ ਸੀ। ਜਦੋਂ ਉਸ ਦੀ ਮੁਲਾਕਾਤ ਅਮਿਤ ਨਾਲ ਹੋਈ ਤਾਂ ਉਹ ਦੋਵੇਂ ਦੋਸਤ ਬਣ ਗਏ। ਅਮਿਤ ਦੀ ਮਦਦ ਨਾਲ ਮੇਰੇ ਭਰਾ ਨੂੰ ਜੌਬ ਮਿਲ ਗਈ ਤੇ ਇਹ ਜੌਬ ਸਿਰਫ ਅਮਿਤ ਦੀ ਵਜ੍ਹਾ ਨਾਲ ਹੀ ਮਿਲੀ ਸੀ। ਨਹੀਂ ਤਾਂ ਨਾ ਜਾਣੇ ਕਿੰਨੇ ਮੇਰੇ ਭਾਈ ਤੋਂ ਜ਼ਿਆਦਾ ਉੱਚੀਆਂ ਡਿਗਰੀਆਂ ਲਈ ਬੈਠੇ ਸੀ ਤੇ ਉਹਨਾਂ ਨੂੰ ਜੌਬ ਨਹੀਂ ਮਿਲਦੀ ਸੀ। ਮੰਮੀ ਕਹਿੰਦੀ ਹੈ ਕਿ ਇਹ ਅਮਿਤ ਦਾ ਬਹੁਤ ਵੱਡਾ ਅਹਿਸਾਨ ਹੈ। ਤੇ ਫਿਰ ਅਮਿਤ ਦੀ ਤਾਰੀਫ ਸੁਣ ਕੇ ਮੈਂ ਵੀ ਨਾ ਚਾਹੁੰਦੇ ਹੋਏ ਅਮਿਤ ਬਾਰੇ ਸੋਚਣ ਲੱਗੀ ਤੇ ਫਿਰ ਹੌਲੀ-ਹੌਲੀ ਹੁਣ ਸਾਡੀ ਗੱਲਬਾਤ ਵੀ ਹੋਣ ਲੱਗੀ ਤੇ ਫਿਰ ਮੇਰੀ ਪਸੰਦ ਮੁਹੱਬਤ ਵਿੱਚ ਬਦਲ ਗਈ। ਸਾਡੇ ਕਾਲਜ ਵਿੱਚ ਮੋਬਾਈਲ ਲੈ ਕੇ ਜਾਣ ਦੀ ਆਗਿਆ ਨਹੀਂ ਸੀ ਪਰ ਜਦੋਂ ਤੋਂ ਮੈਂ ਅਮਿਤ ਦੀ ਮੁਹੱਬਤ ਵਿੱਚ ਪਈ ਸੀ ਮੈਂ ਮੋਬਾਈਲ ਛੁਪਾ ਕੇ ਲੈ ਜਾਂਦੀ ਸੀ ਤੇ ਫ੍ਰੀ ਪੀਰੀਅਡ ਵਿੱਚ ਅਮਿਤ ਨਾਲ ਗੱਲਾਂ ਕਰਦੀ। ਮੇਰਾ ਹੁਣ ਹੌਲੀ-ਹੌਲੀ ਪੜ੍ਹਾਈ ਤੋਂ ਧਿਆਨ ਹਟਦਾ ਜਾ ਰਿਹਾ ਸੀ। ਮੁਹੱਬਤ ਸੱਚਮੁੱਚ ਇਨਸਾਨ ਨੂੰ ਨਿਕੰਮਾ ਬਣਾ ਦਿੰਦੀ ਹੈ। ਹੁਣ ਮੈਂ ਆਪਣੀ ਮਾਂ ਤੋਂ ਵੀ ਗੱਲਾਂ ਛੁਪਾਉਣ ਲੱਗੀ ਸੀ ਪਰ ਕਹਿੰਦੇ ਨੇ ਨਾ, ਮਾਂ ਤੋਂ ਕੁਝ ਨਹੀਂ ਲੁਕ ਛਿਪ ਸਕਦਾ। ਇੱਕ ਦਿਨ ਮੰਮੀ ਨੇ ਕਿਹਾ ਕਿ ਇਹ ਉਮਰ ਐਵੇਂ ਦੀ ਹੁੰਦੀ ਆ, ਇਨਸਾਨ ਸੁਪਨੇ ਦੇਖਣ ਲੱਗ ਜਾਂਦਾ ਹੈ। ਸੁਪਨੇ ਦੇਖਣਾ ਗਲਤ ਗੱਲ ਨਹੀਂ ਪਰ ਜਦੋਂ ਇਨਸਾਨ ਗਲਤ ਰਸਤੇ ਤੇ ਚੱਲਦਾ ਹੈ ਤਾਂ ਉਸ ਦਾ ਅੰਜਾਮ ਵੀ ਬੁਰਾ ਹੁੰਦਾ ਹੈ। ਜਦੋਂ ਤੋਂ ਤੂੰ ਕਾਲਜ ਜਾਣਾ ਸ਼ੁਰੂ ਕੀਤਾ ਮੈਂ ਤੇਰੇ ਉੱਤੇ ਸਖਤੀ ਕਰਨੀ ਬੰਦ ਕਰ ਦਿੱਤੀ ਹੈ। ਮੈਨੂੰ ਲੱਗਦਾ ਕਿ ਹੁਣ ਮੇਰੀ ਬੇਟੀ ਸਮਝਦਾਰ ਹੋ ਚੁੱਕੀ ਆ।
ਆਪਣਾ ਚੰਗਾ ਬੁਰਾ ਸਮਝਦੀ ਆ। ਸਮੇਂ ਦੀਆਂ ਠੋਕਰਾਂ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀਆਂ ਨੇ, ਪਰ ਤੂੰ ਜਿਸ ਰਸਤੇ ਉੱਤੇ ਨਿਕਲ ਪਈ ਆ, ਕੀ ਉਸ ਦਾ ਅੰਜਾਮ ਜਾਣਦੀ ਆ? ਪਤਾ ਨਹੀਂ ਕਿਵੇਂ ਮੇਰੀ ਮਾਂ ਨੂੰ ਸਭ ਕੁਝ ਪਤਾ ਲੱਗ ਗਿਆ ਸੀ। ਕਈ ਵਾਰ ਸ਼ੀਸ਼ਾ ਵੇਖਦੀ ਕਿ ਕਿਤੇ ਮੇਰੇ ਚਿਹਰੇ ਉੱਤੇ ਕੁਝ ਲਿਖਿਆ ਤਾਂ ਨਜ਼ਰ ਨਹੀਂ ਆਉਂਦਾ। ਮੇਰੀ ਮਾਂ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਉੱਤੇ ਪੱਟੀ ਖੋਲ੍ਹ ਦਿੱਤੀ ਸੀ। ਮੈਂ ਉਸ ਸਮੇਂ ਮੋਬਾਈਲ ਬੰਦ ਕਰਕੇ ਅਲਮਾਰੀ ਵਿੱਚ ਰੱਖ ਦਿੱਤਾ ਤੇ ਅਮਿਤ ਨੂੰ ਕਹਿ ਦਿੱਤਾ ਕਿ ਆਪਣੇ ਘਰ ਵਾਲਿਆਂ ਨੂੰ ਭੇਜੇ, ਨਹੀਂ ਮੈਨੂੰ ਭੁੱਲ ਜਾਵੇ। ਉਸਨੇ ਕਿਹਾ ਕਿ ਮੇਰੀ ਮੰਮੀ ਹੁਣ ਮੇਰੀ ਦੀਦੀ ਦੇ ਘਰ ਗਈ ਹੋਈ ਆ। ਜਿਵੇਂ ਹੀ ਦੀਦੀ ਦੇ ਘਰ ਤੋਂ ਆਉਂਦੀ ਆ, ਉਹ ਪਹਿਲਾਂ ਤੇਰੇ ਘਰ ਆਵੇਗੀ, ਤਾਂ ਮੇਰਾ ਇੰਤਜ਼ਾਰ ਕਰਨਾ। ਬਹੁਤ ਮੁਹੱਬਤ ਕਰਦਾ ਹਾਂ ਤੇਰੇ ਨਾਲ। ਮੁਹੱਬਤ ਇਨਸਾਨ ਦੀ ਕਮਜ਼ੋਰੀ ਹੁੰਦੀ ਆ ਤੇ ਤਾਕਤ ਵੀ, ਪਰ ਇਹੀ ਕਮਜ਼ੋਰੀ ਜਦ ਦੂਜਿਆਂ ਦੇ ਹੱਥ ਲੱਗ ਜਾਂਦੀ ਆ ਤਾਂ ਸਾਨੂੰ ਅਜਿਹੀ ਸਜ਼ਾ ਦਿੰਦੀ ਆ ਕਿ ਜਿਸ ਦਾ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਮੈਂ ਅੱਜ ਕੱਲ੍ਹ ਬਹੁਤ ਖੁਸ਼ ਸੀ ਤੇ ਹਵਾ ਵਿੱਚ ਉੜਦੀ ਫਿਰ ਰਹੀ ਸੀ। 2 ਦਿਨ ਬਾਅਦ ਅਮਿਤ ਦੇ ਮਾਂ-ਬਾਪ ਮੇਰੇ ਘਰ ਆਉਣ ਵਾਲੇ ਸੀ। ਮੰਮੀ ਵੀ ਮੇਰੀ ਖੁਸ਼ੀ ਵਿੱਚ ਖੁਸ਼ ਸੀ। ਮੰਮੀ ਨਾਲ ਵਾਅਦਾ ਕੀਤਾ ਸੀ ਕਿ ਪਹਿਲਾਂ ਡਾਕਟਰ ਬਣੂਗੀ, ਫਿਰ ਵਿਆਹ ਕਰਾਂਗੀ। ਮੈਂ ਆਪਣੀ ਮਾਂ, ਆਪਣੇ ਭਰਾਵਾਂ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੀ ਸੀ। ਮੇਰਾ ਛੋਟਾ ਭਾਈ ਅਜੇ ਬੜਾ ਪੜ੍ਹ ਰਿਹਾ ਸੀ ਤੇ ਨਾਲ ਹੀ ਇੱਕ ਬੈਂਕ ਵਿੱਚ ਜੌਬ ਕਰਨ ਲੱਗਾ ਸੀ। ਉਸਨੇ ਆਪਣੀ ਪੜ੍ਹਾਈ ਦੀ ਜ਼ਿੰਮੇਵਾਰੀ ਖੁਦ ਹੀ ਉਠਾ ਰੱਖੀ ਸੀ ਤੇ ਇਹ ਸਭ ਮੇਰੀ ਮਾਂ ਦੀ ਚੰਗੀ ਪਰਵਰਿਸ਼ ਦਾ ਫਲ ਸੀ ਕਿ ਅਸੀਂ ਕੋਈ ਭੈਣ ਭਾਈ ਆਪਣੇ ਰਸਤੇ ਤੋਂ ਭਟਕੇ ਨਹੀਂ ਸੀ। ਪਰ ਮੇਰੀ ਜ਼ਿੰਦਗੀ ਵਿੱਚ ਤਬਾਹੀ ਆਉਣ ਵਾਲੀ ਸੀ ਜਿਸ ਦਾ ਮੈਨੂੰ ਅੰਦਾਜ਼ਾ ਨਹੀਂ ਸੀ। ਮੇਰੀ ਮੁਹੱਬਤ ਨੇ ਮੈਨੂੰ ਧੋਖਾ ਦਿੱਤਾ ਸੀ ਜਾਂ ਫਿਰ ਮੇਰੀ ਸਹੇਲੀ ਨੇ। ਇਹ ਸਭ ਸਮੇਂ ਨੇ ਮੇਰੇ ਸਾਹਮਣੇ ਲਿਆ ਕੇ ਰੱਖ ਦਿੱਤਾ ਸੀ। ਮੈਂ ਅਗਲੇ ਦਿਨ ਕਾਲਜ ਗਈ ਤਾਂ ਸਿਮਰਨ ਨਹੀਂ ਆਈ ਸੀ। ਕੁਝ ਦਿਨਾਂ ਵਿੱਚ ਹੀ ਅਮਿਤ ਦੇ ਘਰ ਵਾਲੇ ਆ ਰਹੇ ਸੀ, ਪਰ ਅਮਿਤ ਦਾ ਨੰਬਰ ਬੰਦ ਸੀ। ਮੈਂ ਸ਼ਾਮ ਨੂੰ ਮੰਮੀ ਨੂੰ ਦੱਸ ਕੇ ਸਿਮਰਨ ਦੇ ਘਰ ਚਲੀ ਗਈ। ਉਹ ਬੈੱਡ ਉੱਤੇ ਪਈ ਸੀ। ਉਸ ਦੇ ਸਿਰ ਉੱਤੇ ਸੱਟ ਲੱਗੀ ਹੋਈ ਸੀ ਤੇ ਉਸ ਦੀ ਹਾਲਤ ਬਹੁਤ ਹੀ ਅਜੀਬ ਹੋ ਰਹੀ ਸੀ। ਮੈਨੂੰ ਦੇਖਦੇ ਹੀ ਮੇਰੇ ਗਲੇ ਲੱਗ ਕੇ ਰੋਣ ਲੱਗੀ। ਉਸਨੇ ਕਿਹਾ, ਸੁਮਨ ਮੈਂ ਬਰਬਾਦ ਹੋ ਗਈ। ਮੈਂ ਕਿਤੋਂ ਦੀ ਵੀ ਨਹੀਂ ਰਹੀ। ਮੇਰਾ ਦਿਲ ਬੈਠਾ ਜਾ ਰਿਹਾ ਸੀ। ਉਸਨੇ ਕਿਹਾ, ਅਮਿਤ ਨੇ ਮੇਰੇ ਨਾਲ ਪੂਰੀ ਰਾਤ। ਅੱਗੇ ਸਿਮਰਨ ਤੋਂ ਬੋਲਿਆ ਹੀ ਨਹੀਂ ਗਿਆ ਜਾ ਰਿਹਾ ਸੀ। ਫਿਰ ਥੋੜੀ ਸੰਭਲੀ ਤਾਂ ਕਹਿਣ ਲੱਗੀ ਕਿ ਅਮਿਤ ਨੇ ਮੈਨੂੰ ਕਿਹਾ ਕਿ ਉਹ ਸੁਮਨ ਨੂੰ ਨਹੀਂ, ਮੈਨੂੰ ਪਸੰਦ ਕਰਦਾ ਹੈ। ਜਦੋਂ ਮੈਂ ਉਸ ਨੂੰ ਕਿਹਾ ਕਿ ਸੁਮਨ ਮੇਰੀ ਦੋਸਤ ਹੈ ਤਾਂ ਤੂੰ ਇੱਥੋਂ ਚਲੇ ਜਾ, ਤਾਂ ਉਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਫਿਰ ਘਰ ਵਾਲਿਆਂ ਨੇ ਸਾਡਾ ਵਿਆਹ ਕਰਵਾ ਦਿੱਤਾ। ਇਹ ਖਬਰ ਸੀ ਜਾਂ ਕੋਈ ਧਮਾਕਾ ਜੋ ਮੇਰੇ ਸਿਰ ਉੱਤੇ ਹੋਇਆ ਸੀ। ਮੇਰਾ ਸਿਰ ਚਕਰਾਉਣ ਲੱਗਾ। ਮੈਨੂੰ ਪੂਰੀ ਦੁਨੀਆ ਹਿਲਦੀ ਹੋਈ ਮਹਿਸੂਸ ਹੋ ਰਹੀ ਸੀ। ਮੇਰੇ ਪੈਰਾਂ ਵਿੱਚੋਂ ਜਾਨ ਨਹੀਂ ਸੀ। ਮੈਂ ਆਪਣੇ ਪੈਰਾਂ ਨੂੰ ਘਸੀਟਦੀ ਹੋਈ ਕਿਸੇ ਤਰ੍ਹਾਂ ਉਸਦੇ ਘਰ ਤੋਂ ਨਿਕਲੀ। ਜਦੋਂ ਗੇਟ ਦੇ ਬਾਹਰ ਅਮਿਤ ਨੇ ਮੇਰਾ ਹੱਥ ਫੜ ਲਿਆ। ਕੁਝ ਹੀ ਦਿਨਾਂ ਵਿੱਚ ਉਸ ਦੀ ਹਾਲਤ ਐਵੇਂ ਦੀ ਹੋ ਗਈ ਸੀ ਜਿਵੇਂ ਕਿੰਨਾ ਲੰਮਾ ਸਫ਼ਰ ਤੈਅ ਕਰਕੇ ਆ ਰਿਹਾ ਹੈ। ਉਹ ਆਪਣੀ ਸਫਾਈ ਦੇ ਰਿਹਾ ਸੀ, ਪਰ ਮੈਂ ਉਸ ਨੂੰ ਧੱਕਾ ਦੇ ਕੇ ਆਪਣੇ ਘਰ ਆ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੀ ਮੁਹੱਬਤ ਨੇ ਮੈਨੂੰ ਧੋਖਾ ਦਿੱਤਾ ਸੀ। ਮੇਰੀ ਮਾਂ ਬਹੁਤ ਹੀ ਖੁਸ਼ੀ-ਖੁਸ਼ੀ ਤਿਆਰੀ ਕਰ ਰਹੀ ਸੀ। ਮੈਂ ਹੁਣ ਉਹਨਾਂ ਨੂੰ ਕੀ ਜਵਾਬ ਦਿੰਦੀ? ਹਰ ਸਮੇਂ ਅਮਿਤ ਕਰਨ ਵਾਲੇ ਦੇ ਨਾਲ ਅਮਿਤ ਨੇ ਕੀ ਕੀਤਾ? ਉਸਨੇ ਮੇਰੀ ਸਹੇਲੀ ਦੇ ਨਾਲ ਹਵਾਨੀਅਤ ਕੀਤੀ ਤੇ ਮੈਂ ਆਪਣੀ ਮਾਂ ਦੇ ਗਲੇ ਲੱਗ ਗਈ ਤੇ ਐਵੇਂ ਰੋ ਰਹੀ ਸੀ ਜਿਵੇਂ ਮੇਰਾ ਕੋਈ ਆਪਣਾ ਮਰ ਗਿਆ ਹੋਵੇ। ਮੁਹੱਬਤ ਇਨਸਾਨ ਨੂੰ ਅੰਦਰੂਨੀ ਮੌਤ ਮਾਰਦੀ ਹੈ। ਸਾਡੇ ਸੁਪਨੇ, ਖੁਸ਼ੀਆਂ ਖੋਹ ਕੇ ਸਾਨੂੰ ਬਹੁਤ ਤਕਲੀਫ ਦਿੰਦੀ ਹੈ ਤੇ ਉਸ ਦੀ ਤਕਲੀਫ ਦੀ ਅੱਗ ਵਿੱਚ ਅਸੀਂ ਪੂਰੀ ਜ਼ਿੰਦਗੀ ਜਲਦੇ ਰਹਿੰਦੇ ਹਾਂ। ਮੈਨੂੰ ਮੁਹੱਬਤ ਰਾਸ ਨਹੀਂ ਆਈ ਸੀ। ਹਰ ਮੈਦਾਨ ਵਿੱਚ ਜਿੱਤਣ ਵਾਲੀ ਅੱਜ ਆਪਣੀ ਕਿਸਮਤ ਤੋਂ ਹਾਰ ਗਈ ਸੀ। ਮੇਰੀ ਮਾਂ ਮੈਨੂੰ ਦੇਖ ਕੇ ਤੜਫ ਰਹੀ ਸੀ। ਇੱਕ ਲੰਮਾ ਸਮਾਂ ਲੰਘਾ ਸੀ ਮੈਨੂੰ ਸੰਭਾਲਣ ਵਿੱਚ, ਪਰ ਮੇਰੇ ਜ਼ਖਮ ਹਜੇ ਵੀ ਤਾਜ਼ਾ ਸੀ। ਮੈਂ ਬਹੁਤ ਬਦਲ ਚੁੱਕੀ ਸੀ, ਪਰ ਫਿਰ ਹੌਲੀ-ਹੌਲੀ ਖੁਦ ਨੂੰ ਸੰਭਾਲਿਆ ਤੇ ਆਪਣੀ ਪੜ੍ਹਾਈ ਵਿੱਚ ਧਿਆਨ ਦਿੱਤਾ। ਸਿਮਰਨ ਵੀ ਕਾਫੀ ਸਮੇਂ ਤੱਕ ਕਾਲਜ ਨਹੀਂ ਆਈ ਸੀ। ਉਸ ਦੀ ਪੜ੍ਹਾਈ ਦਾ 1 ਸਾਲ ਖਰਾਬ ਹੋ ਗਿਆ ਸੀ ਤੇ ਫਿਰ ਉਸਨੇ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ। ਉਹ ਵੀ ਬਹੁਤ ਬਦਲ ਚੁੱਕੀ ਸੀ। ਖੁਸ਼ ਨਜ਼ਰ ਆਉਂਦੀ ਸੀ, ਪਰ ਜੋ ਰੋਜ਼ ਆਪਣੇ ਘਰ ਦਾ ਬਣਿਆ ਫਰੈਸ਼ ਜੂਸ ਮੇਰੇ ਲਈ ਲਿਆਉਂਦੀ ਸੀ। ਕਹਿੰਦੀ ਸੀ, ਮੈਨੂੰ ਤੇਰੀ ਸਿਹਤ ਦੀ ਬਹੁਤ ਚਿੰਤਾ ਹੈ। ਸਮੇਂ ਦੇ ਨਾਲ-ਨਾਲ ਸਾਡੀ ਦੋਸਤੀ ਗਹਿਰੀ ਹੋ ਚੁੱਕੀ ਸੀ। ਕਦੇ ਉਹ ਸਾਡੇ ਘਰ ਆ ਜਾਂਦੀ ਸੀ ਤੇ ਕਦੇ ਮੈਂ ਉਸਦੇ ਘਰ ਚਲੀ ਜਾਂਦੀ ਸੀ। ਬਸ ਉਸਦੇ ਵਿਆਹ ਉੱਤੇ ਨਹੀਂ ਜਾ ਸਕੀ ਸੀ। ਉਹ ਹਜੇ ਕਾਲਜ ਵਿੱਚ ਸੀ ਤੇ ਮੈਂ ਯੂਨੀਵਰਸਿਟੀ ਤੱਕ ਪਹੁੰਚ ਚੁੱਕੀ ਸੀ, ਪਰ ਫਿਰ ਵੀ ਮੈਂ ਉਸਦੇ ਘਰ ਚਲੀ ਜਾਂਦੀ ਸੀ। ਮੇਰੀ ਮਾਂ ਨੇ ਵੀ ਮੈਨੂੰ ਆਗਿਆ ਦੇ ਦਿੱਤੀ ਸੀ। ਮੈਂ ਆਪਣੀ ਮਾਂ ਦਾ ਸੁਪਨਾ ਪੂਰਾ ਕਰਨ ਦੇ ਬਹੁਤ ਕਰੀਬ ਸੀ।
ਮੇਰੀ ਸਹੇਲੀ ਮੇਰੇ ਤੋਂ 1 ਸਾਲ ਪਿੱਛੇ ਸੀ, ਪਰ ਸਾਡੇ ਦੋਸਤੀ ਵਿੱਚ ਕੋਈ ਫਰਕ ਨਹੀਂ ਪਿਆ ਸੀ। ਇੱਕ ਦਿਨ ਮੈਂ ਉਸ ਦੇ ਘਰ ਗਈ ਤਾਂ ਅਚਾਨਕ ਉਹ ਆਪਣੇ ਲਈ ਵੀ ਉਵੇਂ ਹੀ ਜੂਸ ਲੈ ਆਈ ਸੀ, ਤਾਂ ਮੈਂ ਸ਼ਰਾਰਤ ਕਰਦੇ ਹੋਏ ਦੋਵੇਂ ਜੂਸ ਦੇ ਗਲਾਸ ਬਦਲ ਦਿੱਤੇ। ਜਦੋਂ ਉਹ ਫੋਨ ਸੁਣ ਕੇ ਵਾਪਸ ਆਈ ਤਾਂ ਜੂਸ ਦੇ ਗਲਾਸ ਨੂੰ ਚੁੱਕ ਕੇ ਇੱਕ ਹੀ ਘੁੱਟ ਵਿੱਚ ਪੀ ਗਈ। ਮੈਨੂੰ ਤਾਂ ਝਟਕਾ ਲੱਗਿਆ। ਜਦੋਂ ਉਹ ਅਚਾਨਕ ਹੀ ਤੜਫਣ ਲੱਗੀ, ਮੈਨੂੰ ਕੁਝ ਵੀ ਸਮਝ ਨਹੀਂ ਆਇਆ ਤਾਂ ਮੈਂ ਕਮਰੇ ਤੋਂ ਬਾਹਰ ਭੱਜੀ। ਜਦੋਂ ਪੌੜੀਆਂ ਉਤਰੀ ਮੈਂ ਉਸ ਇਨਸਾਨ ਨਾਲ ਟਕਰਾ ਗਈ ਜਿਸ ਨਾਲ ਮੈਂ ਬਹੁਤ ਨਫ਼ਰਤ ਕਰਦੀ ਸੀ ਤੇ ਮੈਂ ਉਸ ਦਾ ਨਾਮ ਵੀ ਸੁਣਨਾ ਨਹੀਂ ਚਾਹੁੰਦੀ ਸੀ। ਉਹ ਮੇਰੀ ਸਹੇਲੀ ਦਾ ਪਤੀ ਅਮਿਤ ਸੀ। ਉਸਨੇ ਮੈਨੂੰ ਘਬਰਾਇਆ ਹੋਇਆ ਦੇਖਿਆ ਤੇ ਪੁੱਛਿਆ, ਸੁਮਨ ਸਭ ਠੀਕ ਤਾਂ ਹੈ? ਮੈਨੂੰ ਉਸ ਸਮੇਂ ਆਪਣੀ ਸਹੇਲੀ ਦੀ ਚਿੰਤਾ ਸੀ ਤਾਂ ਮੈਂ ਕਮਰੇ ਦੀ ਤਰਫ ਇਸ਼ਾਰਾ ਕੀਤਾ। ਜਿਵੇਂ ਹੀ ਅਸੀਂ ਕਮਰੇ ਵਿੱਚ ਵਾਪਸ ਆਏ ਤਾਂ ਉਹ ਤੜਫ ਰਹੀ ਸੀ। ਉਸ ਦਾ ਪਤੀ ਉਸ ਨੂੰ ਲੈ ਕੇ ਹਸਪਤਾਲ ਭੱਜਿਆ ਤੇ ਪਤਾ ਨਹੀਂ ਕਿਉਂ ਮੇਰੀ ਸਹੇਲੀ ਦੇ ਪਤੀ ਦੇ ਚਿਹਰੇ ਉੱਤੇ ਚਿੰਤਾ ਜਾਂ ਤਕਲੀਫ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਆ ਰਹੇ ਸੀ। ਡਾਕਟਰ ਨੇ ਦੱਸਿਆ ਕਿ ਇਹਨਾਂ ਨੇ ਕੋਈ ਦਵਾਈ ਓਵਰਡੋਜ਼ ਲੈ ਲਈ ਹੈ, ਪਰ ਹੁਣ ਉਹ ਖਤਰੇ ਤੋਂ ਬਾਹਰ ਹੈ। ਉਸ ਦੇ ਮਾਂ-ਬਾਪ ਸਭ ਆ ਗਏ। ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿ ਕਿਤੇ ਮੇਰਾ ਨਾਮ ਨਾ ਲੱਗ ਜਾਵੇ, ਪਰ ਹੈਰਾਨੀ ਇਹ ਸੀ ਕਿ ਉਹ ਜੂਸ ਵਿੱਚ ਅਜਿਹਾ ਕੀ ਮਿਲਿਆ ਹੋਇਆ ਸੀ ਜਿਸ ਨਾਲ ਉਸ ਦੀ ਅਜਿਹੀ ਹਾਲਤ ਹੋ ਗਈ ਸੀ। ਪੁਲਿਸ ਨੇ ਛਾਣਬੀਣ ਕੀਤੀ ਤੇ ਘਰ ਵਿੱਚ ਮੌਜੂਦ ਨੌਕਰਾਣੀ ਨੂੰ ਫੜ ਲਿਆ। ਨੌਕਰਾਣੀ ਨੇ 2 ਸੱਚ ਦੱਸਿਆ। ਉਹ ਸੁਣ ਕੇ ਸਭ ਆਪਣੀ ਆਪਣੀ ਜਗ੍ਹਾ ਜੰਮ ਚੁੱਕੇ ਸੀ। ਕੋਈ ਵੀ ਹਿੱਲ ਨਹੀਂ ਪਾ ਰਿਹਾ ਸੀ। ਨੌਕਰਾਣੀ ਨੇ ਦੱਸਿਆ, ਜਦੋਂ ਅੱਜ ਤੋਂ 2 ਸਾਲ ਪਹਿਲਾਂ ਅਮਿਤ ਭਾਈ ਸੁਮਨ ਦੀਦੀ ਦਾ ਪਿੱਛਾ ਕਰਨ ਲੱਗੇ ਸੀ ਤੇ ਉਸ ਨਾਲ ਮੁਹੱਬਤ ਕਰਦੇ ਸੀ ਤਾਂ ਉਹਨਾਂ ਦੀ ਗੱਲਬਾਤ ਵੀ ਹੋਣ ਲੱਗੀ ਸੀ ਤੇ ਉਹ ਜਲਦੀ ਵਿਆਹ ਕਰਨ ਵਾਲੇ ਸੀ। ਜਿਸ ਦਿਨ ਭਾਈ ਅਮਿਤ ਭਾਈ ਨੇ ਆਪਣੇ ਘਰ ਵਾਲਿਆਂ ਨੂੰ ਸੁਮਨ ਦੀਦੀ ਦੇ ਘਰ ਭੇਜਣਾ ਸੀ, ਉਦੋਂ ਸਿਮਰਨ ਦੀਦੀ ਨੇ ਅਮਿਤ ਭਾਈ ਨੂੰ ਮੇਰੇ ਹੱਥੋਂ ਇੱਕ ਸੰਦੇਸ਼ ਭੇਜਿਆ ਸੀ ਕਿ ਸੁਮਨ ਦੀਦੀ ਉਹਨਾਂ ਨਾਲ ਕੁਝ ਗੱਲ ਕਰਨਾ ਚਾਹੁੰਦੀ ਹੈ, ਪਰ ਸਭ ਦੇ ਸਾਹਮਣੇ ਗੱਲ ਨਹੀਂ ਕਰ ਸਕਦੀ। ਇਸ ਲਈ ਰਾਤ ਦੇ 11 ਵਜੇ ਸਿਮਰਨ ਦੀਦੀ ਦੇ ਕਮਰੇ ਵਿੱਚ ਆ ਜਾਣਾ। ਅਮਿਤ ਭਾਈ ਕੁਝ ਨਹੀਂ ਜਾਣਦੇ ਸੀ। ਮੈਂ ਉਹਨਾਂ ਨੂੰ ਰਾਤ ਨੂੰ ਦੀਦੀ ਦੇ ਕਮਰੇ ਵਿੱਚ ਛੱਡ ਆਈ। ਸਿਮਰਨ ਦੀਦੀ ਨੇ ਅਮਿਤ ਭਾਈ ਦੇ ਲਈ ਜੂਸ ਬਣਾ ਕੇ ਰੱਖਿਆ ਸੀ। ਜਿਵੇਂ ਹੀ ਉਹਨਾਂ ਨੇ ਜੂਸ ਪੀਤਾ ਤਾਂ ਜੂਸ ਪੀਂਦੇ ਹੀ ਉਹ ਸਿਮਰਨ ਦੇ ਕਮਰੇ ਵਿੱਚ ਸੌਂ ਗਏ ਤੇ ਇਹ ਸਵੇਰੇ ਜਦੋਂ ਉਹਨਾਂ ਦੀ ਅੱਖ ਖੁੱਲੀ ਤਾਂ ਸਿਮਰਨ ਦੀਦੀ ਦੀਵਾਰ ਨਾਲ ਲੱਗ ਕੇ ਰੋ ਰਹੀ ਸੀ। ਅਮਿਤ ਭਾਈ ਕੁਝ ਨਹੀਂ ਸਮਝੇ ਤੇ ਹੜਬੜਾਹਟ ਵਿੱਚ ਆਪਣੇ ਘਰ ਜਾਣ ਲੱਗੇ। ਜਿਵੇਂ ਹੀ ਉੱਠ ਕੇ ਉਹ ਹੜਬੜਾਹਟ ਵਿੱਚ ਜਾਣ ਲੱਗੇ ਤਾਂ ਸਿਮਰਨ ਨੇ ਕਿਹਾ ਕਿ ਤੂੰ ਰਾਤ ਨੂੰ ਮੈਨੂੰ ਆਪਣੀ ਹਵਸ ਦਾ ਨਿਸ਼ਾਨਾ ਬਣਾ ਚੁੱਕਿਆ ਹੈ ਤੇ ਫਿਰ ਉਹਨਾਂ ਨੇ ਸ਼ੋਰ ਮਚਾ ਦਿੱਤਾ ਤੇ ਉਦੋਂ ਹੀ ਸਿਮਰਨ ਦੀਦੀ ਦੇ ਘਰ ਵਾਲਿਆਂ ਨੇ ਵੀ ਭਾਈ ਅਮਿਤ ਉੱਤੇ ਕੇਸ ਕਰਨ ਨੂੰ ਕਿਹਾ ਤੇ ਉਹਨਾਂ ਦੇ ਘਰ ਵਾਲਿਆਂ ਨੂੰ ਬੁਲਾ ਲਿਆ। ਸਭ ਦੇ ਸਾਹਮਣੇ ਮੇਰੇ ਤੋਂ ਗਵਾਹੀ ਲਈ ਤੇ ਮੈਂ ਝੂਠੀ ਗਵਾਹੀ ਦੇ ਦਿੱਤੀ ਸੀ ਕਿ ਅਮਿਤ ਭਾਈ ਖੁਦ ਕਮਰੇ ਵਿੱਚ ਗਏ ਤੇ ਦਰਵਾਜ਼ਾ ਬੰਦ ਕਰ ਲਿਆ। ਮੈਂ ਦਰਵਾਜ਼ਾ ਖੜਕਾਉਂਦੀ ਰਹੀ ਪਰ ਸਿਮਰਨ ਦੀਦੀ ਨੇ ਚੀਕਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਸੱਚਾਈ ਕੋਈ ਵੀ ਨਹੀਂ ਜਾਣਦਾ ਸੀ ਕਿ ਇਹ ਸਭ ਸਿਮਰਨ ਦੀਦੀ ਨੇ ਸੁਮਨ ਅਤੇ ਅਮਿਤ ਭਾਈ ਨੂੰ ਅਲੱਗ ਕਰਨ ਦਾ ਪਲਾਨ ਬਣਾਇਆ ਸੀ। ਸਿਮਰਨ ਦੀਦੀ ਤੋਂ ਸੁਮਨ ਦੀਦੀ ਦੀ ਕਾਮਯਾਬੀ ਸਹਿਣ ਨਹੀਂ ਹੋਈ। ਦਿਨ ਰਾਤ ਉਹ ਈਰਖਾ ਦੀ ਅੱਗ ਵਿੱਚ ਜਲਦੀ ਰਹਿੰਦੀ ਸੀ। ਮੇਰੇ ਤੋਂ ਜੂਸ ਵਿੱਚ ਦਵਾਈ ਮਿਕਸ ਕਰਵਾਉਂਦੀ ਰਹੀ ਜਿਸ ਨਾਲ ਸੁਮਨ ਦੀਦੀ ਬਿਮਾਰ ਰਹਿਣ ਲੱਗੇ, ਪਰ ਮੈਂ ਕੋਈ ਦਵਾਈ ਮਿਕਸ ਨਹੀਂ ਕੀਤੀ ਸੀ ਕਿਉਂਕਿ ਮੇਰੀ ਬੇਟੀ ਦਾ ਨਾਮ ਵੀ ਸੁਮਨ ਹੈ। ਮੈਂ ਬਹੁਤ ਡਰ ਗਈ ਸੀ। ਕੱਲ ਜਦੋਂ ਸਿਮਰਨ ਦੀਦੀ ਨੇ ਮੈਨੂੰ ਜੂਸ ਵਿੱਚ ਦਵਾਈ ਮਿਕਸ ਕਰਨ ਨੂੰ ਕਿਹਾ, ਮੈਂ ਅਜੇ ਦਵਾਈ ਮਿਕਸ ਨਹੀਂ ਕੀਤੀ ਸੀ। ਅਜੇ ਮੈਂ ਦਵਾਈ ਨੂੰ ਮੁੱਠੀ ਵਿੱਚ ਫੜ ਕੇ ਖੜੀ ਹੋਈ ਸੀ। ਉਦੋਂ ਹੀ ਸਿਮਰਨ ਦੀਦੀ ਆ ਗਈ ਤੇ ਕਹਿਣ ਲੱਗੀ ਕਿ ਤੂੰ ਅਜੇ ਤੱਕ ਦਵਾਈ ਮਿਕਸ ਨਹੀਂ ਕੀਤੀ, ਲਿਆ ਮੈਨੂੰ ਦੇ, ਮੈਂ ਖੁਦ ਹੀ ਮਿਕਸ ਕਰ ਲੈਂਦੀ ਹਾਂ। ਐਵੇਂ ਕਹਿ ਕੇ ਮੇਰੇ ਹੱਥ ਵਿੱਚੋਂ ਦਵਾਈ ਲੈ ਲਈ ਤੇ ਫਿਰ ਸੁਮਨ ਦੀਦੀ ਦੇ ਗਲਾਸ ਵਿੱਚ ਕਾਫੀ ਸਾਰੀ ਦਵਾਈ ਪਾ ਦਿੱਤੀ ਤੇ ਫਿਰ ਪਤਾ ਨਹੀਂ ਕਿਵੇਂ ਸੁਮਨ ਦੀਦੀ ਦਾ ਜੂਸ ਸਿਮਰਨ ਦੀਦੀ ਪੀ ਲਿਆ ਤੇ ਫਿਰ ਉਹਨਾਂ ਦੀ ਇਹ ਹਾਲਤ ਹੋ ਗਈ। ਮੈਂ ਸਿਮਰਨ ਦੀਦੀ ਦੇ ਹਰ ਰਾਜ਼ ਦੀ ਜਾਣਕਾਰ ਹਾਂ। ਉਹ ਮੇਰੇ ਤੋਂ ਪਾਪ ਕਰਵਾਉਂਦੀ ਰਹੀ। ਜਦੋਂ ਉਹਨਾਂ ਦੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਤਾਂ ਉਹ ਫੋਨ ਉੱਤੇ ਕਿਸੇ ਨਾਲ ਗੱਲ ਕਰ ਰਹੀ ਸੀ ਕਿ ਉਹ ਕਿਸੇ ਨੂੰ ਕਹਿ ਰਹੀ ਸੀ ਕਿ ਮੈਂ ਨਾ ਜਾਣੇ ਕਿੰਨੇ ਪਾਪੜ ਬੇਲੇ ਤਾਂ ਜਾ ਕੇ ਅਮਿਤ ਨਾਲ ਵਿਆਹ ਹੋਇਆ, ਪਰ ਅਮਿਤ ਮੇਰੇ ਤੋਂ ਦੂਰ ਦੂਰ ਰਹਿੰਦਾ ਹੈ। ਉਹ ਮੇਰੇ ਨਾਲ ਸ਼ਾਇਦ ਮੁਹੱਬਤ ਕਰਦਾ ਹੀ ਨਹੀਂ, ਉਸ ਦੇ ਦਿਲ ਵਿੱਚ ਤਾਂ ਸ਼ਾਇਦ ਹੁਣ ਵੀ ਸੁਮਨ ਬਸੀ ਹੋਈ ਹੈ। ਨੌਕਰਾਣੀ ਇਹ ਸਭ ਗੱਲਾਂ ਦੱਸ ਕੇ ਮਾਫੀ ਮੰਗ ਰਹੀ ਸੀ। ਮੈਂ ਰੋਂਦੀ ਹੋਈ ਉੱਥੋਂ ਭੱਜ ਆਈ। ਮੇਰੀ ਸਹੇਲੀ ਜਿਸ ਦੇ ਨਾਲ ਮੈਂ ਬਹੁਤ ਹੀ ਸੱਚਾਈ ਨਾਲ ਦੋਸਤੀ ਨਿਭਾ ਰਹੀ ਸੀ, ਉਸ ਤੋਂ ਇਲਾਵਾ ਕਿਸੇ ਨਾਲ ਦੋਸਤੀ ਨਹੀਂ ਕੀਤੀ।
ਉਹ ਮੇਰੀ ਆਸਤੀਨ ਦਾ ਸੱਪ ਨਿਕਲੀ। ਜੇ ਉਹ ਮੈਨੂੰ ਇੱਕ ਵਾਰ ਕਹਿ ਦਿੰਦੀ ਕਿ ਸੁਮਨ ਮੈਂ ਅਮਿਤ ਨਾਲ ਵਿਆਹ ਕਰਨਾ ਹੈ ਤਾਂ ਮੈਂ ਖੁਸ਼ੀ ਨਾਲ ਪਿੱਛੇ ਹਟ ਜਾਂਦੀ। ਮੈਂ ਰੋਂਦੀ ਹੋਈ ਭੱਜਦੀ ਜਾ ਰਹੀ ਸੀ। ਉਦੋਂ ਹੀ ਮੈਨੂੰ ਆਪਣੇ ਪਿੱਛੋਂ ਆਵਾਜ਼ ਅਮਿਤ ਦੀ ਆਈ। ਉਹ ਮੈਨੂੰ ਆਵਾਜ਼ ਦੇ ਰਿਹਾ ਸੀ ਪਰ ਮੈਂ ਪਾਗਲਾਂ ਦੀ ਤਰ੍ਹਾਂ ਤੇਜ਼ੀ ਨਾਲ ਭੱਜਦੀ ਜਾ ਰਹੀ ਸੀ। ਮੈਨੂੰ ਆਪਣੀ ਮਾਂ ਦੀ ਗੱਲ ਯਾਦ ਆ ਰਹੀ ਸੀ ਕਿ ਕਦੇ ਵੀ ਕਿਸੇ ਇਨਸਾਨ ਉੱਤੇ ਹੱਦ ਤੋਂ ਜ਼ਿਆਦਾ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਤੁਹਾਨੂੰ ਤੋੜ ਦੇਵੇਗਾ, ਤੁਹਾਡੇ ਨਾਲ ਖੇਡ ਖੇਡੇਗਾ। ਕੋਈ ਵੀ ਹੋਵੇ ਉਸ ਨੂੰ ਉਸ ਦੀ ਹੱਦ ਵਿੱਚ ਹੀ ਰੱਖਣਾ ਚਾਹੀਦਾ ਹੈ। ਮੈਂ ਟੁੱਟ ਚੁੱਕੀ ਸੀ। ਇੰਨੇ ਸਾਲਾਂ ਤੱਕ ਮੈਂ ਆਪਣੀ ਮੁਹੱਬਤ ਨੂੰ ਬੇਵਫਾ ਤੇ ਧੋਖੇਬਾਜ਼ ਸਮਝਦੀ ਰਹੀ ਤੇ ਆਪਣੀ ਦੋਸਤੀ ਉੱਤੇ ਮਾਣ ਕਰਦੀ ਸੀ, ਪਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਲੋਕ ਮੇਰੀ ਸਾਦਗੀ, ਮੇਰੀ ਸੱਚਾਈ ਦਾ ਫਾਇਦਾ ਉਠਾ ਰਹੇ ਨੇ। ਅਮਿਤ ਭੱਜਦਾ ਹੋਇਆ ਮੇਰੇ ਕੋਲ ਆ ਚੁੱਕਿਆ ਸੀ ਤੇ ਮੇਰਾ ਰਸਤਾ ਰੋਕ ਚੁੱਕਿਆ ਸੀ। ਅਮਿਤ ਨੇ ਮੈਨੂੰ ਕਿਹਾ ਕਿ ਸੁਮਨ, ਮੇਰੀ ਮੁਹੱਬਤ ਝੂਠੀ ਨਹੀਂ ਸੀ, ਪਰ ਤੂੰ ਆਪਣੀ ਸਹੇਲੀ ਦਾ ਵਿਸ਼ਵਾਸ ਕੀਤਾ ਤੇ ਮੈਨੂੰ ਛੱਡ ਦਿੱਤਾ। ਮੈਂ ਅੱਜ ਵੀ ਤੈਨੂੰ ਹੀ ਮੁਹੱਬਤ ਕਰਦਾ ਹਾਂ ਤੇ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੇਰਾ ਇੰਤਜ਼ਾਰ ਕਰਦਾ ਰਹਾਂਗਾ। ਮੇਰੀਆਂ ਅੱਖਾਂ ਵਿੱਚ ਹੰਝੂ ਭਰ ਆਏ। ਮੈਂ ਕਿਹਾ, ਅਮਿਤ, ਤੈਨੂੰ ਜ਼ਿੰਦਗੀ ਦੇ ਆਖਰੀ ਸਾਹ ਤੱਕ ਮੇਰਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਤੇਰਾ ਇੰਤਜ਼ਾਰ ਅੱਜ ਇੱਥੇ ਹੀ ਖਤਮ ਹੁੰਦਾ ਹੈ। ਮੈਂ ਅਮਿਤ ਦੇ ਹੱਥ ਨੂੰ ਫੜ ਲਿਆ। ਅਮਿਤ ਨੂੰ ਮੇਰੀ ਗੱਲ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸਨੇ ਕੱਸ ਕੇ ਮੈਨੂੰ ਸੀਨੇ ਨਾਲ ਲਾ ਲਿਆ। ਮੈਂ ਵੀ ਉਸ ਦੀਆਂ ਬਾਹਾਂ ਵਿੱਚ ਸਿਮਟ ਗਈ। ਅਮਿਤ ਦੀਆਂ ਬਾਹਾਂ ਵਿੱਚ ਜਾਂਦੇ ਹੀ ਮੈਂ ਸਾਰੇ ਦੁੱਖ, ਸਾਰੀ ਤਕਲੀਫ, ਆਪਣੇ ਦੋਸਤ ਦਾ ਦਿੱਤਾ ਹੋਇਆ ਇੰਨਾ ਵੱਡਾ ਧੋਖਾ, ਮੈਨੂੰ ਸਭ ਕੁਝ ਭੁੱਲ ਚੁੱਕਿਆ ਸੀ। ਅਮਿਤ ਨੇ ਸਿਮਰਨ ਨੂੰ ਤਲਾਕ ਦੇ ਦਿੱਤਾ। ਸਭ ਲੋਕ ਸੱਚਾਈ ਜਾਣ ਚੁੱਕੇ ਸੀ, ਇਸ ਲਈ ਕਿਸੇ ਨੇ ਕੁਝ ਨਹੀਂ ਕਿਹਾ ਤੇ ਫਿਰ ਮੇਰੇ ਤੇ ਅਮਿਤ ਦਾ ਵਿਆਹ ਹੋ ਗਿਆ। ਮੈਂ ਆਪਣੀ ਮਾਂ ਦਾ ਸੁਪਨਾ ਵੀ ਪੂਰਾ ਕਰ ਦਿੱਤਾ। ਮੈਂ ਇੱਕ ਬਹੁਤ ਹੀ ਚੰਗੀ ਕਾਬਲ ਡਾਕਟਰ ਬਣ ਗਈ, ਪਰ ਦੋਸਤੀ ਦੇ ਨਾਮ ਉੱਤੇ ਜੋ ਖੇਲ ਮੇਰੇ ਨਾਲ ਖੇਲਿਆ ਗਿਆ ਸੀ, ਮੈਨੂੰ ਹੁਣ ਦੋਸਤੀ ਦੇ ਸ਼ਬਦ ਤੋਂ ਨਫ਼ਰਤ ਹੋ ਗਈ ਸੀ। ਪਰ ਮੇਰੀ ਮਾਂ ਕਹਿੰਦੀ ਸੀ ਕਿ ਦੋਸਤੀ ਬਹੁਤ ਹੀ ਖੂਬਸੂਰਤ ਰਿਸ਼ਤਾ ਹੈ। ਕਿਸੇ ਇੱਕ ਇਨਸਾਨ ਦੇ ਗਲਤ ਹੋਣ ਨਾਲ ਹੋਰ ਇਨਸਾਨ ਗਲਤ ਨਹੀਂ ਹੁੰਦੇ। ਹਮੇਸ਼ਾ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਨਵੇਂ ਆਉਣ ਵਾਲੇ ਰਿਸ਼ਤਿਆਂ ਦਾ ਵੈਲਕਮ ਕਰਨਾ ਚਾਹੀਦਾ ਹੈ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।